सत श्री अकाल। तुसीं देख रहे हो तख्त पंजाब। मैं तुहाडे नाल सुखविंदर सिंह, मेरे नाल प्रोफैसर सतनाम सिंह संधू मौजूद ने, उगे सियासी माहर ने। असीं चर्चा करांगे कि अज सियासत दा जिहड़ा म्यार आ वो किस हद तक डिग चुकिया कि कोई भी कुर्सी छड्डण नूं तैयार नहीं। जिथों तक उमर दराज जिहड़े आगूआं दी गल आउंदी आ, प्रकाश सिंह बादल होरी द्वारा फिर चोण मैदान दे विच उतर चुके ने। कैप्टन अमरिंदर सिंह कहंदे मैं भी नहीं कुर्सी छड्डनी, पटियाला शहरी तो चोण लड़नगे। होर भी बहुत इहो ਜਿਹੇ ने जिन्हां दी टिकटां कट्टियां गईयां वो भी अपने तर्क दे रहे हैं, तो जिन्हां नूं टिकटां मिलियां उन्हां बारे भी बड़े तरह के सवाल उठते हैं। इस सब के उत्ते असीं गलबात करांगे। स्वागत है तुहाडा संधू साहब। हाँ, धन्यवाद, शुक्रिया। संधू साहब, किस तरह देखते हो इस सवाल नूं? मेरे ख्याल दे विच हुण तक किसी ने इस सवाल उत्ते चर्चा ही नहीं की होनी। देखो, ये अपने आप दे विच बड़ा महत्वपूर्ण सवाल है। पिछले दिनों दे विच जदों पंजाब राज ने अपने मुलाजमां की रिटायरमेंट की एज 60 तो घटा के 58 साल की, तो उदों ये तर्क दिता गया कि नवे बंदियां नूं मौका नहीं मिल रहा, इस करके असीं उम्र की सीमा जिहड़ी वो घटा रहे हैं। ये बारे बहुत सारिया होर भी स्टडीज़ होईयां विश्व पद्धर ते मिलदियां कि एक बंदा कदों तक अपना काम करन दे काबिल रहिंदा है। उम्र की सीमा, उम्र की हद हर एक नौकरी दे विच हर जगह ते लागू हुंदी है, पर इस गल की समझ नहीं आउंदी। नेता जिहड़े अपने आप उठ के तुर भी नहीं सकते, ਉਹ ਆਪਣੀ ਇਸ ਗੱਲ ਨੂੰ ਕਿਉਂ ਭੁੱਲ ਜਾਂਦੇ ਆ ਕਿ ਉਹਨਾਂ ਨੂੰ ਵੀ ਹੁਣ ਰਿਟਾਇਰਮੈਂਟ ਲੈ ਲੈਣੀ ਚਾਹੀਦੀ ਹੈ। ਜਾਂ ਅਸੀਂ ਇਹ ਕਹੀਏ ਕਿ ਸੰਵਿਧਾਨਕ ਤੌਰ ਤੇ, ਵਿਧਾਨਕ ਤੌਰ ਤੇ ਜਾਂ ਇਲੈਕਸ਼ਨ ਕਮਿਸ਼ਨ ਵੱਲੋਂ ਵੀ ਕੁਝ ਜੇਕਰ ਕਿਸੇ ਦੀ ਪ੍ਰਾਪਰਟੀ ਬਾਰੇ, ਬਾਕੀ ਚੀਜ਼ਾਂ ਬਾਰੇ, ਉਸ ਤੇ ਚੱਲਦੇ ਕੇਸਾਂ ਬਾਰੇ ਗੱਲ ਕੀਤੀ ਜਾਂਦੀ ਹੈ, ਤਾਂ ਇਹ ਵੀ ਜ਼ਰੂਰੀ ਹੋਣਾ ਚਾਹੀਦਾ ਕਿ ਇੱਕ ਬੰਦੇ ਦੇ ਵਿੱਚ ਜਿਸ ਨੇ ਸੰਵਿਧਾਨ ਨੂੰ ਲਾਗੂ ਕਰਵਾਉਣਾ ਹੈ, ਨਵੇਂ ਕਾਨੂੰਨ ਬਣਾਉਣੇ ਹੈ, ਬੜੀ ਤਨਦੇਹੀ ਨਾਲ ਪੰਜਾਬ ਨੂੰ ਜਾਂ ਸਾਡੀ ਸਿਆਸਤ ਨੂੰ ਅੱਗੇ ਲੈ ਕੇ ਜਾਣਾ ਹੈ, ਤਾਂ ਉਸ ਬੰਦੇ ਦੇ ਵਿੱਚ ਉਨੀ ਐਫੀਸ਼ੀਐਂਸੀ ਹੋਣੀ ਚਾਹੀਦੀ ਹੈ। ਜੇ ਕੋਈ ਵਿਅਕਤੀ ਸਾਡਾ ਮੈਂਬਰ ਪਾਰਲੀਮੈਂਟ ਬਣਦਾ ਹੈ, ਉਹ 10 ਲੱਖ ਦੇ ਕਰੀਬ ਲੋਕਾਂ ਨੂੰ ਰਿਪਰੈਜ਼ੈਂਟ ਕਰਦਾ ਹੈ, ਵਿਧਾਨ ਸਭਾ ਦਾ ਬਣਦਾ 2-3 ਲੱਖ ਨੂੰ ਰਿਪਰੈਜ਼ੈਂਟ ਕਰਦਾ ਹੈ, ਜੇ ਉਸ ਬੰਦੇ ਦੇ ਵਿੱਚ ਆਪਣੇ ਆਪ ਕੰਮ ਕਰਨ ਦੀ ਸਮਰੱਥਾ ਹੀ ਨਹੀਂ ਹੈ, ਤਾਂ ਮੈਨੂੰ ਇਹ ਲੱਗਦਾ ਹੈ ਕਿ ਹੁਣ ਇਹੀ ਕਿਹਾ ਜਾ ਸਕਦਾ ਹੈ ਮੋਰਲ ਗਰਾਊਂਡ ਤੇ ਜਾਂ ਕਿਸੇ ਨਾ ਕਿਸੇ ਤਰੀਕੇ ਨਾਲ ਸੰਵਿਧਾਨਕ ਤੌਰ ਤੇ ਉਸ ਨੂੰ ਇਹ ਆਪ ਹੀ ਸੋਚ ਲੈਣਾ ਚਾਹੀਦਾ ਹੈ ਕਿ ਜੇ ਰਾਜਨੀਤੀ ਦੇ ਵਿੱਚ ਨੈਤਿਕਤਾ ਬਚੀ ਹੈ ਤਾਂ ਮੈਨੂੰ ਹੁਣ ਆਪਣੀ ਕੁਰਸੀ ਆਉਣ ਵਾਲੀ ਜਨਰੇਸ਼ਨ ਲਈ, ਆਉਣ ਵਾਲੇ ਨੇਤਾਵਾਂ ਲਈ ਖਾਲੀ ਕਰਨੀ ਚਾਹੀਦੀ ਹੈ। ਬਿਲਕੁਲ ਸੰਧੂ ਸਾਹਿਬ, ਪਰ ਇਹਦੇ ਵਿੱਚ ਇਹ ਵੀ ਆ ਕਿ ਚੋਣ ਕਮਿਸ਼ਨ ਇਹਦੇ ਉੱਤੇ ਕਿਉਂ ਨਹੀਂ ਲਗਾਮ ਕੱਸਦੀ ਕਿ ਉਮਰ ਹੱਦ ਤੈਅ ਕਰ ਦਿੱਤੀ ਜਾਵੇ, ਜਾਂ ਫਿਰ ਜਦੋਂ ਕਿਸੇ ਉਮੀਦਵਾਰ ਦੀ ਬਾਰ-ਬਾਰ ਹਾਰ ਹੁੰਦੀ ਆ, ਪਾਰਟੀਆਂ ਤਾਂ ਉਹਨੂੰ ਟਿਕਟ ਫਿਰ ਵੀ ਦੇ ਦਿੰਦੀਆਂ ਨੇ। ਦੇਖੋ, ਬਹੁਤ ਮਹੱਤਵਪੂਰਨ ਗੱਲ ਤੁਸੀਂ ਇਹ ਮੈਨੂੰ ਪੁੱਛੀ ਹੈ। ਚੋਣ ਕਮਿਸ਼ਨ ਦੀਆਂ ਆਪਣੀਆਂ ਸੀਮਾਵਾਂ, ਜਿਹੜੇ ਸਾਡੇ ਨੇਤਾ ਲੋਕ ਹੈ, ਜਿਹੜੇ ਇਹ ਸਿਸਟਮ ਨੂੰ ਬਣਾਉਂਦੇ ਆ, ਚੋਣ ਕਮਿਸ਼ਨ ਨੇ ਉਸੇ ਸਿਸਟਮ ਨੂੰ ਇੰਪਲੀਮੈਂਟ ਕਰਨਾ ਹੁੰਦਾ ਹੈ। ਬਹੁਤ ਸਾਰੀਆਂ ਚੀਜ਼ਾਂ ਨੇਤਾਵਾਂ ਲਈ ਹੋਰ ਹੈ, ਆਮ ਲੋਕਾਂ ਲਈ ਹੋਰ ਹੈ। ਨੇਤਾਵਾਂ ਨੂੰ ਮਿਲਣ ਵਾਲੇ ਭੱਤੇ ਅਲੱਗ ਹੈ, ਨੇਤਾਵਾਂ ਤੇ ਲੱਗਣ ਵਾਲਾ ਟੈਕਸ ਹੈ ਜਿਹੜਾ ਉਹ ਸਰਕਾਰ ਭਰੇ, ਨੇਤਾਵਾਂ ਨੂੰ ਇੱਕ ਤੋਂ ਵੱਧ ਪੈਨਸ਼ਨਾਂ ਮਿਲਣ, ਜਾਂ ਇਸ ਕਿਸਮ ਦੀਆਂ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਮੰਨੀਆਂ ਜਾਂਦੀਆਂ ਕਿ ਇਹ ਆਮ ਲੋਕਾਂ ਵਾਸਤੇ ਨਹੀਂ, ਸਿਰਫ ਨੇਤਾਵਾਂ ਦੀ ਸਹੂਲਤ ਵਾਸਤੇ ਬਣੀਆਂ ਹੋਈਆਂ। ਇਸ ਕਰਕੇ ਮੈਨੂੰ ਇਹ ਲੱਗਦਾ ਕਿ ਜਦੋਂ ਨੇਤਾ ਲੋਕਾਂ ਨੇ ਆਪਦੇ ਬਾਰੇ ਆਪ ਕਾਨੂੰਨ ਬਣਾਉਣੇ ਹੁੰਦੇ ਆ ਤਾਂ ਬਹੁਤ ਵਾਰੀ ਉਹ ਇਸ ਦਾ ਨਜਾਇਜ਼ ਫਾਇਦਾ ਉਠਾਉਂਦੇ ਆ। ਚੋਣ ਕਮਿਸ਼ਨ ਉਸ ਕਿਸਮ ਨਾਲ ਹੀ ਕੰਮ ਕਰਦਾ ਜਿਸ ਕਿਸਮ ਨਾਲ ਨੇਤਾ ਚਾਹੁੰਦੇ ਆ। ਬੜੀ ਕਮਾਲ ਦੀ ਗੱਲ ਇਹ ਹੈ ਕਿ ਬਹੁਤ ਸਾਰੇ ਮੁੱਦਿਆਂ ਤੇ ਵੱਖ-ਵੱਖ ਪਾਰਟੀਆਂ ਦੇ ਆਪਣੇ ਆਪਣੇ ਅਨੁਭਵ ਹੈ, ਆਪਣੇ ਆਪਣੇ ਤਰੀਕੇ ਨਾਲ ਇੱਕ ਦੂਜੇ ਦਾ ਵਿਰੋਧ ਕਰਦੇ ਆ, ਪਰ ਕੁਝ ਚੀਜ਼ਾਂ ਐਸੀਆਂ ਜਿੱਥੋਂ ਤੱਕ ਨੇਤਾਵਾਂ ਦੀ ਤਨਖਾਹ ਵਧਾਉਣ ਦੀ ਗੱਲ, ਪੈਨਸ਼ਨਾਂ ਦੀ ਗੱਲ ਹੋਵੇ ਜਾਂ ਉਮਰ ਵਰਗੀਆਂ ਗੱਲਾਂ ਤੇ ਰੋਕ ਲਗਾਉਣ ਦੀ ਗੱਲ ਹੋਵੇ, ਇੱਥੇ ਸਾਰੇ ਨੇਤਾ ਇੱਕਮਤ ਹੋ ਜਾਂਦੇ ਆ। ਉਹ ਇਸ ਤੇ ਚਰਚਾ ਕਰਨ ਨੂੰ ਤਿਆਰ ਨਹੀਂ ਹੁੰਦੇ ਕਿ ਅਸੀਂ ਹੁਣ ਇੱਕ ਵਾਰੀ ਜਾਂ 2 ਵਾਰੀ ਬਣ ਗਏ। ਨੋ ਡਾਊਟ ਕਿ ਬਹੁਤ ਸਾਰੇ ਬਾਹਰਲੇ ਮੁਲਕਾਂ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦਾ ਹੈ, ਜਿਵੇਂ ਅਮਰੀਕਾ ਦੇ ਵਿੱਚ ਹੀ ਹੈ, ਜੇ ਉੱਥੇ ਇੱਕ ਨਿਸ਼ਚਿਤ ਹੱਦ 'ਚ ਜਾਂ ਨਿਸ਼ਚਿਤ ਸਮੇਂ ਲਈ 1 ਜਾਂ 2 ਵਾਰ ਕੋਈ ਉੱਥੇ ਪ੍ਰੈਜ਼ੀਡੈਂਟ ਬਣਦਾ, ਉਸ ਤੋਂ ਬਾਅਦ ਉਹ ਚੋਣ ਨਹੀਂ ਲੜ ਸਕਦਾ, ਉਹ ਰਿਟਾਇਰਮੈਂਟ ਆਪਣੀ ਲੈ ਲੈਂਦਾ। ਪਰ ਹੁਣ ਵਿਸ਼ਵ ਪੱਧਰ ਤੇ ਇਹ ਵਰਤਾਰਾ ਇੰਨਾ ਹਾਵੀ ਹੋ ਗਿਆ ਕਿ ਜਿਹੜਾ ਨੇਤਾ ਇੱਕ ਵਾਰੀ ਕੁਰਸੀ ਤੇ ਕਾਬਜ ਹੁੰਦਾ ਹੈ ਉਹ ਕੁਰਸੀ ਛੱਡਣ ਨੂੰ ਤਿਆਰ ਹੀ ਨਹੀਂ ਹੁੰਦਾ। ਜਿਵੇਂ ਅਸੀਂ ਚਾਈਨਾ ਦੀ ਗੱਲ ਕਰੀਏ, ਚਾਈਨਾ ਦੇ ਵਿੱਚ ਕਮਿਊਨਿਸਟ ਪਾਰਟੀ ਦੇ ਹੈੱਡ ਬਣੇ, ਜਿਹੜੇ ਉਹਨਾਂ ਦੇ ਵਰਤਮਾਨ ਹੈੱਡ ਹੈ ਮੁਲਕ ਦੇ, ਉਹ ਕੁਰਸੀ ਛੱਡਣ ਨੂੰ ਤਿਆਰ ਨਹੀਂ। ਰਸ਼ੀਆ ਦੇ ਵਿੱਚ ਵਲਾਦੀਮੀਰ ਪੁਤਿਨ ਹੈ, ਉਹ ਕੁਰਸੀ ਨੂੰ ਜੱਫਾ ਪਾਈ ਬੈਠੇ ਹੋਏ ਹੈ। ਇਸ ਦਾ ਮਤਲਬ ਇਹ ਹੋਇਆ ਕਿ ਵਿਸ਼ਵ ਪੱਧਰ ਤੇ ਨੇਤਾਵਾਂ ਦੀ ਇੱਕ ਗੱਲ ਸਾਂਝੀ ਹੈ ਕਿ ਉਹ ਜਿੰਨਾ ਚਿਰ ਉਹਨਾਂ ਦੇ ਸਰੀਰ 'ਚ ਮਾੜਾ ਮੋਟਾ ਤੰਤਰ ਰਹਿੰਦਾ ਜਾਂ ਸਾਹ ਰਹਿੰਦੇ, ਉਹ ਆਪਣੀ ਕੁਰਸੀ ਤੋਂ ਪਾਸੇ ਹੋਣ ਨੂੰ ਤਿਆਰ ਨਹੀਂ। ਤੇ ਇਹੀ ਵਰਤਾਰਾ ਪੰਜਾਬ ਦੇ ਬਹੁਤ ਸਾਰੇ ਨੇਤਾਵਾਂ ਦੇ, ਜਿਨ੍ਹਾਂ ਦਾ ਤੁਸੀਂ ਨਾਮ ਵੀ ਲਿਆ, ਉਹਨਾਂ ਤੇ ਵੀ ਲਾਗੂ ਹੁੰਦਾ, ਜਿਨ੍ਹਾਂ ਦੀ ਉਮਰ ਮੈਨੂੰ ਲੱਗਦਾ ਹੁਣ 80 ਤੋਂ ਵੀ ਪਾਰ ਕਰ ਗਈ ਹੈ, ਤੇ ਫਿਰ ਵੀ ਉਹ ਅਜੇ ਵੀ ਆਪਣੀ ਕਿਸਮਤ ਅਜਮਾਇਸ਼ ਕਰਨ ਦੇ ਵਿੱਚ ਪਿੱਛੇ ਨਹੀਂ ਰਹਿੰਦੇ। ਇਹਦੇ ਵਿੱਚ ਕਸੂਰਵਾਰ ਕਿਹਨੂੰ ਮੰਨਿਆ ਜਾਏ, ਲੀਡਰਾਂ ਨੂੰ ਜਾਂ ਫਿਰ ਉਸ ਕੈਡਰ ਨੂੰ ਜਿਹਦੇ ਸਿਰ ਦੇ ਉੱਤੇ ਉਹ ਛਾਲ ਮਾਰਦੇ ਨੇ?
ਦੇਖੋ ਮੈਨੂੰ ਲੱਗਦਾ ਵੀ ਸਾਡਾ ਕਾਡਰ ਹੀ ਜਿਹੜਾ ਹੈ ਕਸੂਰਵਾਰ ਹੈ, ਕਿਉਂਕਿ ਸਾਡੇ ਕਾਡਰ ਨੇ ਡਿਮਾਂਡ ਰੱਖਣੀ ਹੁੰਦੀ ਹੈ ਨੇਤਾ ਤੋਂ ਕਿ ਕੀ ਚਾਹੁੰਦੇ ਹੈ। ਕੀ ਸਾਡਾ ਕਾਡਰ ਹਮੇਸ਼ਾ ਨੇਤਾ ਦੇ ਗੱਪ ਸੁਣ ਕੇ ਹੀ ਉਹਨਾਂ ਨੂੰ ਵੋਟਾਂ ਪਾਈ ਜਾਵੇ? ਕੀ ਝੂਠਾ ਮੈਨੀਫੈਸਟੋ ਹੈ ਜਿਹੜਾ ਉਸ ਨੂੰ ਹਰੇਕ ਵਾਰ ਉਹ ਇਹ ਮੰਨੀ ਜਾਵੇ ਕਿ ਜੋ ਨੇਤਾ ਨੇ ਕਹਿਤਾ ਉਹ ਮੇਰੇ ਲਈ ਆਖਰੀ ਸ਼ਬਦ ਹੈ? ਜੇ ਸਾਡਾ ਕਾਡਰ ਇੰਨਾ ਚੇਤਨ ਨਹੀਂ ਹੈ ਕਿ ਜਿਸ ਵਿਅਕਤੀ ਨੂੰ ਉਹ ਵੋਟ ਪਾ ਰਿਹਾ ਹੈ ਉਹ ਚੋਰ ਹੈ, ਠੱਗ ਹੈ, ਉਮਰ ਦਰਾਜ ਹੈ, ਕੰਮ ਨਹੀਂ ਕਰ ਸਕਦਾ, ਅਸੀਂ ਉਹਨਾਂ ਨੂੰ ਆਪ ਚੁਣਦੇ ਹਾਂ। ਇਸ ਕਰਕੇ ਨੇਤਾ ਕਸੂਰਵਾਰ ਇਸ ਕਰਕੇ ਨਹੀਂ ਬਣਦਾ ਕਿ ਜਦੋਂ ਅਸੀਂ ਚੋਣ ਗਲਤ ਕਰਾਂਗੇ ਤਾਂ ਸਾਡੇ ਸਾਹਮਣੇ ਉਹੇ ਜਿਹੇ ਵਿਅਕਤੀ ਆਉਣਗੇ। ਸਾਡੇ ਵੋਟਰ ਕਿੰਨਾ ਕੁ ਵਾਰੀ ਇਹ ਫੈਸਲਾ ਕਰਦੇ ਆ ਕਿ ਅਸੀਂ ਨੌਜਵਾਨ ਵਿਅਕਤੀ ਨੂੰ ਮੌਕਾ ਦੇਣਾ ਹੈ? ਸਾਡੇ ਜਿਹੜੇ ਵੋਟਰ ਹੈ ਉਹ ਕਿੰਨੇ ਕੁ ਵਾਰੀ ਇਹ ਸੋਚਦੇ ਆ ਕਿ ਜੇ ਉਹਨਾਂ ਦੇ ਹਲਕੇ ਦੇ ਵਿੱਚ 5 ਜਾਂ 6 ਉਮੀਦਵਾਰ ਖੜੇ ਆ, ਉਹ ਦਰਜੇਬੰਦੀ ਕਰਨ ਕਿ ਇਹਨਾਂ ਚੋਂ ਬਿਹਤਰ ਕਿਹੜਾ ਹੈ, ਇਹਨੇ ਸਮਾਜ ਲਈ ਵਧੀਆ ਕੰਮ ਕਿਹੜੇ ਕੀਤੇ ਆ, ਅਸੀਂ ਇਸ ਨੂੰ ਅੱਗੇ ਲੈ ਕੇ ਆਵਾਂਗੇ। ਇਸ ਲਈ ਮੈਨੂੰ ਇਹ ਲੱਗਦਾ ਹੈ ਕਿ ਜਦੋਂ ਅਸੀਂ ਵੋਟਰ ਦੇ ਤੌਰ ਤੇ ਇੰਨੇ ਅਵੇਸਲੇ ਹੋ ਜਾਂਦੇ ਆ, ਆਪਣੇ ਹੱਕਾਂ ਬਾਰੇ ਇੰਨੇ ਅਵੇਸਲੇ ਹੋ ਜਾਂਦੇ ਆ, ਤਾਂ ਉੱਥੇ ਫਿਰ ਸਾਨੂੰ ਇਸ ਕਿਸਮ ਦੀ ਲੀਡਰਸ਼ਿਪ ਮਿਲਦੀ ਹੈ ਤੇ ਨੇਤਾਵਾਂ ਨੂੰ ਪਤਾ ਹੁੰਦਾ ਹੈ ਅਸੀਂ ਜਿਹੜੇ ਵਿਅਕਤੀ ਨੂੰ ਮਰਜ਼ੀ ਖੜਾ ਕਰੀਏ, ਜੋ ਉਹਦੀ ਉਮਰ ਮਰਜ਼ੀ ਹੋਵੇ, ਉਹਦੀ ਸਮਰੱਥਾ ਜਿਹੋ ਜੀ ਮਰਜ਼ੀ ਹੋਵੇ, ਉਸ ਨੂੰ ਲੋਕਾਂ ਨੇ ਚੁਣ ਹੀ ਲੈਣਾ ਤੇ ਇਸ ਗੱਲ ਦਾ ਨੇਤਾ ਪੂਰਨ ਰੂਪ ਦੇ ਵਿੱਚ ਫਾਇਦਾ ਉਠਾਉਂਦੇ ਆ। ਇੱਕ ਹੋਰ ਵੱਡਾ ਸਵਾਲ ਇਹਦੇ ਵਿੱਚ ਇਹ ਪੈਦਾ ਹੁੰਦਾ ਹੈ ਇਹਨਾਂ ਦੀ ਸਿੱਖਿਆ ਨੂੰ ਲੈ ਕੇ ਕਿ ਕੋਈ ਤਾਂ ਬਿਲਕੁਲ ਹੀ ਅੰਗੂਠਾ ਛਾਪ ਹੈ, ਉਹਦੇ ਉੱਤੇ ਜਾਂ ਤਾਂ ਅਫਸਰਸ਼ਾਹੀ ਉੱਤੇ ਉਹ ਭਾਰੀ ਹੋ ਜਾਂਦਾ ਜਾ ਕੇ, ਜਾਂ ਫਿਰ ਅਫਸਰਸ਼ਾਹੀ ਉਹਦੇ ਉੱਤੇ ਭਾਰੂ ਹੋ ਜਾਂਦੀ ਹੈ। ਫਿਰ ਗੱਲ ਉਹੀ ਕਿ ਲੋਕਾਂ ਦੇ ਕੰਮ ਜਿਹੜੇ ਨੇ ਉਹ ਫਿਰ ਜਿਹੋ ਜਿਹਾ ਪੰਜਾਬ ਦਾ ਵਿਕਾਸ ਜਾਂ ਸਟੇਟ ਦਾ ਵਿਕਾਸ ਜਾਂ ਦੇਸ਼ ਦਾ ਵਿਕਾਸ ਉਹ ਫਿਰ ਉਸੇ ਢੰਗ ਨਾਲ ਹੁੰਦਾ। ਦੇਖੋ ਕਮਾਲ ਦੀ ਗੱਲ ਇਹ ਹੈ ਕਿ ਇੱਕ ਪਾਸੇ ਅਸੀਂ ਇਹ ਕਹਿੰਦੇ ਹਾਂ ਕਿ ਹਿੰਦੁਸਤਾਨ ਨੌਲੇਜ ਹੱਬ ਹੈ। ਇੰਡੀਆ ਦੇ ਪੜ੍ਹੇ ਹੋਏ ਬੰਦੇ ਅੱਜ ਸੌਫਟਵੇਅਰ ਟੈਕਨੋਲੋਜੀ ਦੇ ਵਿੱਚ 32 ਤੋਂ 33% ਅਮਰੀਕਾ ਦੀਆਂ ਵੱਡੀਆਂ ਕੰਪਨੀਆਂ ਦੇ ਵਿੱਚ ਜੌਬ ਕਰ ਰਹੇ ਆ। ਇੰਡੀਆ ਦੇ ਇੰਜੀਨੀਅਰ, ਇੰਡੀਆ ਦੇ ਡਾਕਟਰ ਹੈ ਜਿਹੜੇ, ਉਹਨਾਂ ਦੀ ਆਸਟ੍ਰੇਲੀਆ ਦੇ ਵਿੱਚ, ਕੈਨੇਡਾ, ਅਮਰੀਕਾ, ਇੰਗਲੈਂਡ ਦੇ ਵਿੱਚ ਧਾਕ ਹੈ। ਬਦਕਿਸਮਤੀ ਇਹ ਹੈ ਕਿ ਸਾਡੀ ਲੀਡਰਸ਼ਿਪ ਦੇ ਵਿੱਚ ਅਸੀਂ ਸਭ ਤੋਂ ਜਿਹੜਾ ਥਰਡ ਰੇਟ ਮਟੀਰੀਅਲ ਹੈ, ਮੈਂ ਬੜੀ ਜ਼ਿੰਮੇਵਾਰੀ ਨਾਲ ਇਹ ਗੱਲ ਕਹਿ ਰਿਹਾ, ਉਸ ਨੂੰ ਲੈ ਕੇ ਆ ਰਹੇ ਹਾਂ। ਪਹਿਲਾਂ ਕੀ ਹੁੰਦਾ ਸੀ ਕਿ ਸਾਡੇ ਕੋਲੇ ਜਿਹੜੇ ਵੱਖ-ਵੱਖ ਸੋਸ਼ਲ ਸਟਰੀਮ ਸੀ, ਜਿਹੜੇ ਬੰਦੇ ਸੰਘਰਸ਼ ਲੜਦੇ ਸੀ, ਉਹਨਾਂ ਦੇ ਵਿੱਚੋਂ ਕਿਸੇ ਕਾਜ਼ ਨੂੰ ਮੁੱਖ ਰੱਖ ਕੇ ਬੰਦੇ ਸਾਹਮਣੇ ਆਉਂਦੇ ਸੀ। ਹੌਲੀ ਹੌਲੀ ਕੀ ਹੋਇਆ ਕਿ ਜਿਹੜੇ ਵਿਅਕਤੀ ਮੁਸਲਮਾਨ ਦੀ ਨੇਤਾਵਾਂ ਨੇ ਵਰਤੋਂ ਸ਼ੁਰੂ ਕਰ ਦਿੱਤੀ, ਫਿਰ ਸਿੱਧੇ ਤੌਰ ਤੇ ਮੁਸਲਮਾਨ ਹੀ ਨੇਤਾ ਬਣਨ ਲੱਗ ਪਏ। ਤੇ ਹੁਣ ਕੀ ਹੋਇਆ ਕਿ ਸਿਰਫ ਡੰਮੀ ਤੌਰ ਤੇ ਟਿਕਟਾਂ ਦਿੱਤੀਆਂ ਜਾਂਦੀਆਂ, ਉਹ ਵਿਅਕਤੀਆਂ ਨੂੰ ਚੁਣਿਆ ਜਾਂਦਾ ਹੈ। ਇੱਕ ਵੱਡੀ ਪਾਰਟੀ ਕਾਰਪੋਰੇਟ ਵਾਂਗੂ ਚੱਲਦੀ ਹੈ, ਜਿਹੜੇ ਉਹਨਾਂ ਦੇ ਯੈਸਮੈਨ ਹੋਣ ਉਹਨਾਂ ਨੂੰ ਉਹ ਟਿਕਟ ਦੇ ਕੇ ਆਪਣੇ ਨਾਲ ਜੋੜ ਲੈਂਦੇ ਆ ਤਾਂ ਕਿ ਉਹ ਛੇਤੀ ਤੋਂ ਛੇਤੀ ਪਾਰਟੀ ਬਦਲ ਨਾ ਸਕਣ। ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਜਦੋਂ ਵੀ ਅੱਜ ਨੇਤਾਵਾਂ ਦੀ ਚੋਣ ਕੀਤੀ ਜਾਂਦੀ ਹੈ ਤਾਂ ਨੇਤਾ ਦੀ ਕੁਆਲਿਟੀ ਨਾਲੋਂ ਕਿਸ ਬੰਦੇ ਤੇ ਨੇਤਾ ਉਸ ਪਾਰਟੀ ਦੇ ਵੱਡੇ ਨੇਤਾ ਨੇ ਹੱਥ ਰੱਖਿਆ ਉਹੀ ਮਹੱਤਵਪੂਰਨ ਹੁੰਦਾ ਹੈ, ਉਸੇ ਨੂੰ ਲਿਆ ਜਾਂਦਾ ਹੈ। ਕਈ ਵਾਰੀ ਅਸੀਂ ਦੇਖਿਆ ਈਵਨ ਦੈਨ ਇੱਥੋਂ ਤੱਕ ਕਿ ਸਾਨੂੰ ਲੱਗਦਾ ਸੀ ਕਿ ਜਿਹੜਾ ਕਿਸਾਨਾਂ ਦਾ ਮੋਰਚਾ ਰਾਜੇਵਾਲ ਹੁਣਾਂ ਦੇ ਨਾਲ ਲੱਗ ਕੇ ਹੁਣ ਇਲੈਕਸ਼ਨ ਦੇ ਵਿੱਚ ਆਇਆ ਉਹ ਵੱਡਾ ਕ੍ਰਿਸ਼ਮਾ ਕਰੂਗਾ, ਪਰ ਜਿੰਨੀ ਕੁ ਹੁਣ ਉਹਨਾਂ ਦੀ ਚਰਚਾ ਹੋ ਰਹੀ ਆ ਉਹ ਵੀ ਠੁੱਸ ਜਿਹਾ ਹੀ ਲੱਗਦਾ ਹੈ। ਉਹਦਾ ਕਾਰਨ ਇਹ ਹੈ ਕਿ ਜਦੋਂ ਅਸੀਂ ਵਿਅਕਤੀਆਂ ਦੀ ਚੋਣ ਕਰਨ ਲੱਗਦੇ ਹਾਂ ਤਾਂ ਕਈ ਵਾਰੀ ਅਸੀਂ ਉਹਨੇ ਆਬਜੈਕਟਿਵ ਨਹੀਂ ਰਹਿੰਦੇ। ਉਹ ਆਬਜੈਕਟਿਵਿਟੀ ਦੀ ਅਣਹੋਂਦ ਕਰਕੇ ਨਾ ਤਾਂ ਪਾਰਟੀਆਂ ਆਬਜੈਕਟਿਵਲੀ ਆਪਣੇ ਨੇਤਾ ਨੂੰ ਚੁਣਦੀਆਂ ਕਿ ਇਹ ਜਨਤਾ ਲਈ ਠੀਕ ਰਹੂਗਾ, ਇਹਦੀ ਉਮਰ ਕਿੰਨੀ ਹੈ, ਇਸ ਦੀ ਵਿਦਿਅਕ ਯੋਗਤਾ ਕੀ ਹੈ। ਜਦੋਂ ਸਾਡੇ ਸਮਾਜ ਦੇ ਵਿੱਚ ਇਹੋ ਜਿਹੇ ਲੋਕ ਆਉਣਗੇ ਤਾਂ ਫਿਰ ਮੈਨੂੰ ਲੱਗਦਾ ਵੀ ਅਸੀਂ ਕਈ ਵਾਰੀ ਰਾਜਨੀਤੀ ਨੂੰ ਕਸੂਰਵਾਰ ਨਹੀਂ ਠਹਿਰਾ ਸਕਦੇ ਕਿ ਸਾਡੇ ਸਮਾਜ ਦਾ ਵਿਕਾਸ ਨਹੀਂ ਹੋ ਰਿਹਾ, ਅਸੀਂ ਪਿੱਛੇ ਨੂੰ ਜਾ ਰਹੇ ਹਾਂ। ਜੇ ਤੁਸੀਂ ਅਨਪੜ੍ਹ, ਅਧਪੜ੍ਹ ਜਾਂ ਉਹ ਲੋਕ ਜਿਹੜੇ ਕਾਲਜ ਯੂਨੀਵਰਸਿਟੀਆਂ ਦੇ ਵਿੱਚ ਕਦੇ ਗਏ ਨਹੀਂ, ਉਹਨਾਂ ਦੀ ਚੋਣ ਕਰਕੇ ਵਿਧਾਨ ਸਭਾ ਦੇ ਵਿੱਚ ਭੇਜੋਗੇ ਤਾਂ ਕਿਵੇਂ ਉਮੀਦ ਰੱਖ ਸਕਦੇ ਹੋ ਕਿ ਤੁਹਾਡੇ ਬੱਚਿਆਂ ਦੇ ਭਵਿੱਖ ਲਈ, ਤੁਹਾਡੀਆਂ ਵਿਦਿਅਕ ਸੰਸਥਾਵਾਂ ਲਈ ਉਹ ਨੇਤਾ ਕੋਈ ਵੱਡੀ ਪਾਲਿਸੀ ਬਣਾਉਣ ਦੇ ਯੋਗ ਹੋ ਜਾਣਗੇ। ਪਰ ਇੱਕ ਇਤਰਾਜ਼ ਦੀ ਇਹ ਵੀ ਹੈ ਨਾ ਕਿ ਜਿਹੜੇ ਬਹੁਤੇ ਪੜ੍ਹੇ ਲਿਖੇ ਨੇ ਜਾਂ ਠੀਕ ਹੈ ਕੁਝ ਹੱਦ ਤੱਕ ਲੋਕ ਚੁਣ ਵੀ ਲੈਂਦੇ ਨੇ ਕਿਸੇ IAS ਨੂੰ, ਬਾਅਦ ਦੇ ਵਿੱਚ ਇਲੈਕਸ਼ਨ ਚੁਣ ਕੇ ਉਹਨੂੰ ਆਪਣਾ ਉਮੀਦਵਾਰ ਵੀ ਬਣਾ ਲੈਂਦੇ ਨੇ, ਪਰ ਬਹੁਤੇ ਇਹੋ ਜਿਹੇ ਨੇ ਜਿਹੜੇ ਕਹਿੰਦੇ ਨੇ ਕਿ ਅਸੀਂ ਤਾਂ ਸਿਆਸਤ ਤੋਂ ਤੋਬਾ ਹੀ ਆ, ਇਹ ਨਾ ਹੋਵੇ ਕਿਤੇ ਅਗਲੇ ਪਿਛਲੇ ਸਾਰੇ ਪੋਤਰੇ ਫੁੱਲ ਜਾਣ। ਦੂਜੀ ਗੱਲ ਇਹ ਆ ਉਹਨਾਂ ਨੂੰ ਡਰ ਵੀ ਹੁੰਦਾ ਕਿ ਇਹਨਾਂ ਨੇ ਮੁੜ ਕੇ ਧੱਬਾ ਲਾ ਦੇਣਾ, ਕੋਈ ਨਾ ਕੋਈ ਬਹੁਤੀ ਇਮਾਨਦਾਰੀ ਵੀ ਉੱਥੇ ਨਹੀਂ ਚੱਲਦੀ। ਫਿਰ ਦੇਖੋ ਇਹ ਗੱਲ ਵੀ ਤੁਹਾਡੀ ਠੀਕ ਹੈ ਕਿ ਸਿਆਸਤ ਅੱਜ ਕੱਲ ਮਸਲਮੈਨ ਦੀ ਗੇਮ ਰਹਿ ਗਈ, ਪਾਵਰ ਦੀ ਗੇਮ ਰਹਿ ਗਈ। ਆਮ ਬੰਦਾ ਜਿਹੜਾ ਸਿਆਸਤ 'ਚ ਇੰਟਰ ਨਹੀਂ ਹੋ ਸਕਦਾ। ਪਰ ਨਾਲ ਹੀ ਨਾਲ ਇਹ ਬੜੀ ਹਾਸੋਹੀਣੀ ਗੱਲ ਲੱਗਦੀ ਹੈ ਰਾਜ ਦੀ ਪੱਧਰ ਤੇ ਵੀ ਤੇ ਕੇਂਦਰ ਦੀ ਪੱਧਰ ਤੇ ਵੀ ਕਿ ਅਸੀਂ ਜਦੋਂ ਕਮ ਸੇ ਕਮ ਚੁਣੇ ਹੋਏ ਵਿਅਕਤੀਆਂ ਨੂੰ, ਆਪਣੀ ਪਾਰਟੀ ਦੇ ਵਿਅਕਤੀਆਂ ਨੂੰ ਲਈਏ ਤਾਂ ਭਾਰਤੀ ਫੌਜਾਂ ਦਾ ਜਿਹੜਾ ਜਰਨੈਲ ਸੀ ਉਹ BJP ਦਾ MP ਬਣਿਆ। ਉਹਦੇ ਕੋਲੇ ਜਿਹੜਾ ਆਪਣਾ ਨਿੱਜੀ ਅਨੁਭਵ ਸੀ ਉਹ ਫੌਜਾਂ ਨੂੰ ਚਲਾਉਣ ਦਾ ਸੀ। ਕੀ ਭਾਰਤ ਸਰਕਾਰ ਨੇ ਆਪਣਾ ਡਿਫੈਂਸ ਮਿਨਿਸਟਰ ਉਸ ਨੂੰ ਬਣਾਇਆ? ਨਹੀਂ ਬਣਾਇਆ।
ਇਸੇ ਤਰੀਕੇ ਨਾਲ ਪੰਜਾਬ ਦੇ ਵਿੱਚ ਨੈਸ਼ਨਲ ਲੈਵਲ ਤੇ 올림픽ਨ ਖਿਡਾਰੀ ਪ੍ਰਗਟ ਸਿੰਘ ਸੀ ਜਿਹੜਾ ਉਹ ਸਾਡੀ ਵਿਧਾਨ ਸਭਾ ਦਾ ਮੈਂਬਰ ਸੀ। ਕੀ ਅਸੀਂ ਪ੍ਰਗਟ ਸਿੰਘ ਨੂੰ ਸਪੋਰਟਸ ਦਾ ਮਿਨਿਸਟਰ ਬਣਾਇਆ? ਨਹੀਂ ਬਣਾਇਆ। ਇਸੇ ਤਰੀਕੇ ਨਾਲ ਬਹੁਤ ਸਾਰੇ ਮੈਡੀਕਲ ਲਾਈਨ ਦੇ ਵਿੱਚੋਂ ਆਏ ਹੋਏ ਬੰਦੇ ਹੁੰਦੇ ਆ ਸਾਡੇ ਕੋਲ, ਅਸੀਂ ਉਹਨਾਂ ਨੂੰ ਕਦੇ ਵੀ ਹੈਲਥ ਮਿਨਿਸਟਰ ਨਹੀਂ ਬਣਾਉਂਦੇ। ਅਸੀਂ ਪਤਾ ਨਹੀਂ ਕਿਸ ਪੱਧਰ ਤੇ ਕਿੰਨਾ ਵਿਅਕਤੀਆਂ ਦੀ ਚੋਣ ਕਰਦੇ ਆਂ। ਬਹੁਤ ਵਾਰੀ ਅਸੀਂ ਇਸ ਗੱਲ ਨੂੰ ਵੀ ਧਿਆਨ 'ਚ ਨਹੀਂ ਰੱਖਦੇ ਕਿ ਜਿਸ ਖੇਤਰ ਦਾ ਉਸ ਵਿਅਕਤੀ ਕੋਲੇ ਅਨੁਭਵ ਹੈ ਅਸੀਂ ਉਸ ਨੂੰ ਅੱਗੇ ਲੈ ਕੇ ਆਈਏ। ਜਦੋਂ ਉਹ ਵਿਅਕਤੀ ਸਾਡੇ ਸਾਹਮਣੇ ਆਉਂਦੇ ਹੈ ਜਿਨ੍ਹਾਂ ਨੂੰ ਰਾਜਨੀਤੀ ਦਾ ਪ੍ਰਬੰਧ ਦਾ ਸਹੀ ਅਨੁਭਵ ਨਹੀਂ ਹੈ, ਤਾਂ ਉਸ ਦੇ ਨਾਲ ਕੀ ਹੁੰਦਾ ਹੈ ਕਿ ਬਹੁਤੀ ਵਾਰੀ ਜਿਹੜੇ ਅਧਪੜ ਕਿਸਮ ਦੇ ਵਿਅਕਤੀ ਹੈ ਉਹ ਸਾਹਮਣੇ ਆ ਜਾਂਦੇ ਆ। ਉਹਨਾਂ ਵਿਅਕਤੀਆਂ ਦੇ ਆਉਣ ਨਾਲ ਜਿਹੜੀ ਸਾਡੀ ਰਾਜਨੀਤੀ ਹੈ ਉਹਦੇ ਵਿੱਚੋਂ ਸਿੱਟੇ ਵੀ ਉਹੋ ਜਿਹੇ ਨਿਕਲਦੇ ਆ। ਇਸ ਕਰਕੇ ਮੈਨੂੰ ਇਹ ਲੱਗਦਾ ਕਿ ਨੇਤਾਵਾਂ ਦਾ ਇਕੱਲਿਆਂ ਦਾ ਕਸੂਰ ਨਹੀਂ, ਨਾਲ ਚੁਣਨ ਵਾਲੀ ਜਨਤਾ ਦਾ ਵੀ ਕਸੂਰ ਹੈ। ਤੇ ਨਾਲ ਹੀ ਨਾਲ ਜਦੋਂ ਇਸ ਕਿਸਮ ਦੇ ਅਸੀਂ ਅਨਪੜ੍ਹ ਕਿਸਮ ਦੇ ਬੰਦੇ ਚੁਣਾਂਗੇ ਤਾਂ ਉਹਨਾਂ ਨੂੰ ਜਿਹੜੇ ਨੌਕਰਸ਼ਾਹ ਹੈ ਉਹ ਆਪਦੀਆਂ ਉਂਗਲਾਂ ਤੇ ਨਚਾਉਂਦੇ ਆ। ਪਾਲਿਸੀਜ਼ ਆ ਜਿਹੜੀਆਂ ਉਸ ਕਿਸਮ ਦੀਆਂ ਬਣਦੀਆਂ ਜਿਹਦੇ ਨਾਲ ਸਮਾਜ ਵਿਕਾਸ ਦੀ ਬਜਾਏ ਵਿਨਾਸ਼ ਵੱਲ ਨੂੰ ਜ਼ਿਆਦਾ ਤੁਰ ਪੈਂਦਾ ਹੈ। ਮੇਰਾ ਆਖਰੀ ਸਵਾਲ ਇਹ ਹੈ ਕਿ ਜਦੋਂ ਅੱਜ ਚੋਣ ਮੈਦਾਨ ਵਿੱਚ ਵੱਡੀ ਇਲੈਕਸ਼ਨ ਕਰਕੇ ਦੇਖਿਆ ਜਾ ਰਿਹਾ ਕਿ ਨਵਜੋਤ ਸਿੰਘ ਸਿੱਧੂ ਤੇ ਵਿਕਰਮ ਸਿੰਘ ਮਜੀਠੀਆ, ਨਾ ਤਾਂ ਲੋਕ ਇਹ ਪੁੱਛ ਰਹੇ ਨੇ ਕਿ ਕਿੰਨੇ ਕਿਹੜੇ ਮੁੱਦੇ ਦਾ ਹੱਲ ਕੀਤਾ, ਕੌਣ ਪੰਜਾਬ ਲਈ ਕੀ ਕਰ ਗਿਆ, ਕਿੰਨੇ ਕੀ ਕਰਨਾ। ਹੁਣ ਉੱਥੇ ਵੀ ਜਿਹੜਾ ਕੈਡਰ ਦੀ ਗੱਲ ਜਿਵੇਂ ਮੈਂ ਪਹਿਲਾਂ ਕੀਤੀ ਕਿ ਉਹ ਉਸੇ ਚ ਆ ਗਏ ਕਿ ਅਸੀਂ ਤਾਂ ਜੀ ਮਜੀਠੀਆ ਸਾਹਿਬ ਨੂੰ ਜਿਤਾਉਣਾ, ਸਿੱਧੂ ਵਾਲੇ ਪਾਸੇ ਵਾਲੇ ਕਹਿੰਦੇ ਅਸੀਂ ਸਿੱਧੂ ਨੂੰ ਜਿਤਾ ਦੇਣਾ। ਦੇਖੋ ਜਿਹੜੇ ਨੇਤਾ ਇਹਨਾਂ ਲਈ ਬੜੀ ਸੌਖੀ ਗੱਲ ਹੈ ਕਿ ਉਹ ਮੁੱਦੇ ਦੀ ਥਾਂ ਤੇ ਵਿਅਕਤੀ ਨੂੰ ਡਿਸਕਸ ਕਰਨ। ਇਹਦੇ ਨਾਲ ਜਿਹੜੇ ਉਹਨਾਂ ਦੇ ਸਾਰੇ ਪੁਰਾਣੇ ਪਾਪ ਹੈ ਉਹ ਧੋਤੇ ਜਾਂਦੇ ਆ। ਇਸ ਕਰਕੇ ਲੋਕਾਂ ਕੋਲੇ ਕੀ ਆਪਸ਼ਨ ਹੈ? 2 3 4 5 ਉਹਨਾਂ ਨੂੰ ਉਹਨਾਂ ਗਿਵਨ ਆਪਸ਼ਨਸ ਦੇ ਵਿੱਚੋਂ ਹੀ ਦੇਣਾ ਪੈਂਦਾ ਹੈ। ਇਲੈਕਸ਼ਨ ਕਮਿਸ਼ਨ ਨੇ ਇੱਕ ਵਾਰੀ ਕੋਸ਼ਿਸ਼ ਕੀਤੀ ਸੀ ਕਿ ਨੋਟਾਂ ਦਾ ਬਟਨ ਦਬਾਉਣ ਦੀ ਗੱਲ ਕਰੋ, ਜੇ ਉਹ ਇਸ ਹੱਦ ਤੱਕ ਉਹਨਾਂ ਦੀ ਪਰਸੈਂਟੇਜ ਹੋ ਜੂਗੀ ਜਿਹਦੇ ਨਾਲ ਇਲੈਕਸ਼ਨ ਕੈਂਸਲ ਕੀਤਾ ਜਾ ਸਕੇ, ਦੁਬਾਰਾ ਚੋਣ ਕੀਤੀ ਜਾ ਸਕੇ, ਪਰ ਮੈਨੂੰ ਲੱਗਦਾ ਉਹ ਡਿਸਫੰਕਸ਼ਨਲ ਜਿਹਾ ਹੋ ਗਿਆ, ਉਹਦੀ ਕੋਈ ਬਹੁਤੀ ਲੋਕਾਂ 'ਚ ਉਮੀਦ ਨਹੀਂ ਰਹੀ। ਹੁਣ ਜਦੋਂ ਅਸੀਂ ਮੁੱਦਿਆਂ ਦੀ ਥਾਂ ਤੇ ਵਿਅਕਤੀਆਂ ਨੂੰ ਡਿਸਕਸ ਕਰਾਂਗੇ, ਕਿਸੇ ਨੂੰ ਕਹਾਂਗੇ ਇਹ ਸ਼ਰਾਬ ਪੀਂਦਾ ਹੈ, ਕਿਸੇ ਨੂੰ ਕਹਾਂਗੇ ਕਿ ਇਹ ਨਸ਼ੇ ਵੇਚਣ ਵਾਲਿਆਂ ਨਾਲ ਜੁੜਿਆ ਹੋਇਆ ਹੈ, ਤਾਂ ਇਸ ਸਾਰੀ ਗੱਲਬਾਤ ਦੇ ਵਿੱਚ ਨੇਤਾਵਾਂ ਨੂੰ ਤਾਂ ਫਾਇਦਾ ਹੋ ਜਾਂਦਾ ਪਰ ਜਨਤਾ ਦਾ ਨੁਕਸਾਨ ਹੋ ਜਾਂਦਾ ਹੈ। ਕਿਉਂਕਿ ਅਸੀਂ ਜਦੋਂ ਪੰਜਾਬ ਨੂੰ ਅੱਗੇ ਲਿਜਾਣ ਵਾਲੀਆਂ ਪਾਲਿਸੀਜ਼ ਦੀ ਥਾਂ ਤੇ 25 ਸਾਲਾਂ ਦੇ ਵਿੱਚ ਪੰਜਾਬ ਨੂੰ ਕਿਹੋ ਜਿਹਾ ਬਣਾਉਣਾ ਹੈ, ਵਿੱਦਿਆ ਨੇ ਕਿੱਥੇ ਜਾਣਾ ਹੈ, ਪੰਜਾਬ ਦਾ ਸਮਾਜਿਕ ਸਤਰ ਕਿਹੋ ਜਿਹਾ ਹੋਵੇ, ਜਿਹੜੀ ਇੱਥੋਂ ਦੀ ਸਿਵਲ ਡਿਵੈਲਪਮੈਂਟ ਕਿਸ ਕਿਸਮ ਦੀ ਹੋਵੇ, ਜਦੋਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਅਸੀਂ ਸਿਰਫ ਗਾਲੀ ਗਲੋਚ ਤੇ ਜਾਂ ਜਿਸ ਕਿਸਮ ਦੀ ਨੀਵੇਂ ਪੱਧਰ ਦੀ ਅਸੀਂ ਇੱਕ ਦੂਜੇ ਦੇ ਚਿੱਕੜ ਉਛਾਲਣ ਵਾਲੀ ਰਾਜਨੀਤੀ ਕਰ ਰਹੇ ਹਾਂ, ਇਹਨਾਂ ਤੇ ਕੇਂਦਰਿਤ ਹੋਵਾਂਗੇ ਤਾਂ ਮੈਨੂੰ ਲੱਗਦਾ ਇਹ ਪੰਜਾਬ ਦੇ ਭਵਿੱਖ ਲਈ, ਪੰਜਾਬ ਦੀ ਰਾਜਨੀਤੀ ਦੇ ਭਵਿੱਖ ਲਈ ਕੋਈ ਬਹੁਤ ਅਸਾਰੂ ਗੱਲ ਨਹੀਂ ਕਹੀ ਜਾ ਸਕਦੀ। ਜੀ ਸ਼ੁਕਰੀਆ ਸੰਧੂ ਸਾਹਿਬ, ਧੰਨਵਾਦ ਤੁਹਾਡਾ। ਧੰਨਵਾਦ। ਸੋ ਮੇਰੇ ਨਾਲ ਮੌਜੂਦ ਸਨ ਪ੍ਰੋਫੈਸਰ ਸਤਨਾਮ ਸਿੰਘ ਸੰਧੂ। ਚਰਚਾ ਕੀਤੀ ਹੈ ਕਿ ਉਮਰ ਦਰਾਜ਼ ਜਿਹੜੇ ਆਗੂ ਨੇ ਉਹਨਾਂ ਨੂੰ ਉਮੀਦਵਾਰ ਵੀ ਬਣਾ ਦਿੱਤਾ ਜਾਂਦਾ, ਚੋਣਾਂ 'ਚ ਖੜ ਜਾਂਦੇ ਨੇ। ਚੋਣਾਂ ਨਾਲੇ ਅਸੀਂ ਤੁਸੀਂ ਆ, ਇਸ ਕਰਕੇ ਇਸ ਵਾਰ ਦੀਆਂ ਚੋਣਾਂ ਦੇ ਵਿੱਚ ਥੋੜਾ ਸੋਚ ਸਮਝ ਕੇ ਤੁਸੀਂ ਦੇਖਣਾ ਕਿ ਕਿਹੜਾ ਉਮੀਦਵਾਰ ਤੁਹਾਡੇ ਕੰਮ ਆਉਂਦਾ, ਭਾਵ ਕਿ ਵਿਕਾਸ ਦੇ ਮੁੱਦੇ ਦੇ ਉੱਤੇ, ਤੁਹਾਡੇ ਆਲੇ ਦੁਆਲੇ ਦੇ ਇਸ ਸਭ ਦੇ ਉੱਤੇ ਚਰਚਾ ਕੀਤੀ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।